हाँ जी प्यारे विद्यार्थियों, ਅੱਜ ਜੋ ਆਪਣਾ ਸਾਇੰਸ ਵਿਸ਼ੇ ਦਾ ਪੰਜਾਬ ਬੋਰਡ ਦਾ ਜੋ ਪੇਪਰ ਹੋਇਆ ਹੈ, ਅੱਜ ਆਪਾਂ ਇਸ ਕੁਐਸਚਨ ਪੇਪਰ ਨੂੰ ਸੋਲਵ ਕਰਾਂਗੇ। ਤਾਂ ਬੱਚੇ ਸਾਨੂੰ ਇਹ ਇੰਗਲਿਸ਼ ਵਰਜ਼ਨ ਦੇ ਵਿੱਚ ਇਹ ਕੁਐਸਚਨ ਪੇਪਰ ਮਿਲੇਗਾ, ਤਾਂ ਆਪਾਂ ਦੋਨੇ ਲੈਂਗੁਏਜ ਦੇ ਵਿੱਚ ਹੀ ਇਸ ਪ੍ਰਸ਼ਨ ਪੱਤਰ ਨੂੰ ਸੋਲਵ ਕਰਾਂਗੇ। ਤਾਂ ਬੱਚੇ ਪਹਿਲਾ ਕੁਐਸਚਨ ਦੇਖੋ, ਇਨ ਵਿਚ ਸੀਜ਼ਨ ਆਰ ਖਰੀਫ ਕ੍ਰੌਪਸ ਗਰੋਨ। ਤਾਂ ਬੱਚੇ ਜਿਹੜੀਆਂ ਖਰੀਫ ਦੀਆਂ ਫਸਲਾਂ ਨੇ ਇਹ ਕਿਸ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ? ਰੇਨੀ ਸੀਜ਼ਨ ਵਰਖਾ ਰੁੱਤ ਵਿੱਚ, ਆਟਮਨ ਸੀਜ਼ਨ ਪਤਝੜ ਰੁੱਤ ਵਿੱਚ, ਵਿੰਟਰ ਸੀਜ਼ਨ ਸਰਦੀ ਰੁੱਤ ਵਿੱਚ ਜਾਂ ਸਪਰਿੰਗ ਸੀਜ਼ਨ ਬਸੰਤ ਰੁੱਤ ਵਿੱਚ। ਤਾਂ ਬੱਚੇ ਜਿਹੜੀਆਂ ਇਹ ਖਰੀਫ ਕ੍ਰੌਪਸ ਜਾਂ ਜਿਹੜੀਆਂ ਖਰੀਫ ਦੀਆਂ ਫਸਲਾਂ ਨੇ ਇਹ ਕਿਹੜੀ ਰੁੱਤ ਦੇ ਵਿੱਚ ਉਗਾਈਆਂ ਜਾਂਦੀਆਂ ਨੇ? ਇਹ ਉਗਾਈਆਂ ਜਾਂਦੀਆਂ ਨੇ ਰੇਨੀ ਸੀਜ਼ਨ ਜਾਂ ਵਰਖਾ ਰੁੱਤ ਦੇ ਵਿੱਚ। ਹਾਂਜੀ, ਅਗਲਾ ਕੁਐਸਚਨ ਦੇਖੋ, ਵਿਚ ਵੀਡੀਸਾਈਡਸ ਆਰ ਯੂਜ਼ਡ ਟੂ ਰਿਮੂਵ ਵੀਡਸ ਫਰੋਮ ਦਾ ਕ੍ਰੌਪਸ। ਤਾਂ ਬੱਚੇ ਫਸਲਾਂ ਵਿੱਚੋਂ ਨਦੀਨਾਂ ਦੀ ਰੋਕਥਾਮ ਕਰਨ ਲਈ ਕਿਹੜਾ ਨਦੀਨਨਾਸ਼ਕ ਵਰਤਿਆ ਜਾਂਦਾ ਹੈਗਾ? 2,4-D ਜਾਂ BHC ਜਾਂ DDT ਜਾਂ ਆਲ ਆਫ ਦੀਜ਼, ਇਹਨਾਂ ਵਿੱਚੋਂ ਸਾਰੇ। ਹਾਂਜੀ ਬੱਚੇ, ਤਾਂ ਜਿਹੜੇ ਇਹ ਨਦੀਨਾਂ ਦੀ ਰੋਕਥਾਮ ਦੇ ਲਈ ਜਿਹੜਾ ਨਦੀਨਨਾਸ਼ਕ ਵਰਤਿਆ ਜਾਂਦਾ ਹੈਗਾ ਉਹ ਕਿਹੜਾ ਹੁੰਦਾ ਹੈਗਾ? 2,4-D। ਤਾਂ ਇਹਦਾ ਸਹੀ ਜਵਾਬ ਆਏਗਾ ਆਪਸ਼ਨ ਏ। ਹਾਂਜੀ, ਅਗਲਾ ਕੁਐਸਚਨ ਦੇਖੋ, ਵਿਚ ਆਫ ਦ ਫੋਲੋਇੰਗ ਮਾਈਕਰੋ ਆਰਗੇਨਿਜ਼ਮਸ ਕੈਨ ਬੀ ਸੀਨ ਓਨਲੀ ਵਿਦ ਦ ਹੈਲਪ ਆਫ ਮਾਈਕਰੋਸਕੋਪ। ਤਾਂ ਬੱਚੇ ਹੇਠ ਲਿਖਿਆਂ ਵਿੱਚੋਂ ਕਿਹੜੇ ਸੂਖਮ ਜੀਵ ਸਿਰਫ ਸੂਖਮਦਰਸ਼ੀ ਰਾਹੀਂ ਹੀ ਦੇਖੇ ਜਾਂਦੇ ਹਨ? ਵਾਇਰਸ, ਵਿਸ਼ਾਣੂ, ਬੈਕਟੀਰੀਆ, ਜੀਵਾਣੂ, ਜ਼ੀਸਟ, ਖਮੀਰਨ ਜਾਂ ਖਮੀਰ ਜਾਂ ਆਪਸ਼ਨ ਡੀ ਆਲ ਆਫ ਦੀਜ਼। ਹਾਂਜੀ ਬੱਚੇ, ਇਹਨਾਂ ਦੇ ਵਿੱਚੋਂ ਕਿਹੜੇ ਸੂਖਮ ਜੀਵ ਨੇ ਜਾਂ ਇਹਨਾਂ ਦੇ ਵਿੱਚੋਂ ਕਿਹੜੇ ਮਾਈਕਰੋ ਆਰਗੇਨਿਜ਼ਮ ਨੇ ਜਿਹੜੇ ਸਿਰਫ ਮਾਈਕਰੋਸਕੋਪ ਜਾਂ ਸੂਖਮਦਰਸ਼ੀ ਦੀ ਸਹਾਇਤਾ ਨਾਲ ਦੇਖੇ ਜਾ ਸਕਦੇ ਨੇ? ਤਾਂ ਬੱਚੇ ਦਾ ਸਹੀ ਜਵਾਬ ਕੀ ਹੈਗਾ? ਆਲ ਆਫ ਦੀਜ਼। ਇਹ ਸਾਰੇ ਹੀ ਸੂਖਮਦਰਸ਼ੀ ਦੀ ਸਹਾਇਤਾ ਨਾਲ ਦੇਖੇ ਜਾ ਸਕਦੇ ਨੇ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ, ਦ ਮਾਡਰਨ ਮੈਥਡ ਆਫ ਇਰੀਗੇਸ਼ਨ ਇਜ਼। ਤਾਂ ਸਿੰਚਾਈ ਦਾ ਆਧੁਨਿਕ ਢੰਗ ਕਿਹੜਾ ਹੈਗਾ? ਢੇਕਲੀ, ਚੇਨ ਪੰਪ, ਰਾਹਤ ਜਾਂ ਸਪ੍ਰਿੰਕਲ ਸਿਸਟਮ ਜਾਂ ਫੁਹਾਰਾ ਪ੍ਰਣਾਲੀ। ਤਾਂ ਬੱਚੇ ਸਿੰਚਾਈ ਦਾ ਆਧੁਨਿਕ ਢੰਗ ਕਿਹੜਾ ਹੈਗਾ? ਮਾਡਰਨ ਮੈਥਡ ਆਫ ਇਰੀਗੇਸ਼ਨ ਕਿਹੜਾ ਹੈਗਾ ਬੱਚੇ? ਇਹਦਾ ਸਹੀ ਜਵਾਬ ਹੈ ਸਪ੍ਰਿੰਕਲ ਸਿਸਟਮ। ਇਹਦਾ ਸਹੀ ਜਵਾਬ ਹੈ ਆਪਸ਼ਨ ਡੀ। ਹਾਂਜੀ, ਅਗਲਾ ਕੁਐਸਚਨ ਦੇਖੋ। ਹਾਂਜੀ, ਆਪਣਾ ਅਗਲਾ ਕੁਐਸਚਨ ਹੈ, ਦ ਮੋਸਟ ਕਾਮਨ ਕੈਰੀਅਰ ਆਫ ਕਮਿਊਨੀਕੇਬਲ ਡਿਜ਼ੀਜ਼ ਇਜ਼। ਤਾਂ ਛੂਤ ਦੇ ਰੋਗਾਂ ਦਾ ਆਮ ਵਾਹਕ ਹੈ। ਹਾਂਜੀ, ਆਂਟ ਜਾਂ ਕੀੜੀ, ਹਾਊਸ ਫਲਾਈ ਜਾਂ ਘਰੇਲੂ ਮੱਖੀ, ਡਰੈਗਨ ਫਲਾਈ ਜਾਂ ਪਤੰਗਾ, ਸਪਾਈਡਰ ਜਾਂ ਮੱਕੜੀ। ਹਾਂਜੀ ਬੱਚੇ, ਛੂਤ ਦੇ ਰੋਗਾਂ ਦਾ ਆਮ ਵਾਹਕ ਕਿਹੜਾ ਹੈਗਾ? ਕਾਮਨ ਕੈਰੀਅਰ ਆਫ ਕਮਿਊਨੀਕੇਬਲ ਡਿਜ਼ੀਜ਼ ਇਜ਼ ਹਾਊਸ ਫਲਾਈ। ਤੇਰਾ ਸਹੀ ਜਵਾਬ ਹੈ ਆਪਸ਼ਨ ਬੀ, ਹਾਊਸ ਫਲਾਈ ਜਾਂ ਘਰੇਲੂ ਮੱਖੀ। ਹਾਂਜੀ, ਅਗਲਾ ਕੁਐਸਚਨ ਦੇਖੋ, ਦ ਪ੍ਰੋਸੈਸ ਆਫ ਕਨਵਰਜ਼ਨ ਆਫ ਸ਼ੂਗਰ ਇਨਟੂ ਅਲਕੋਹਲ ਇਜ਼ ਕਾਲਡ। ਹਾਂਜੀ ਬੱਚੇ, ਖੰਡ ਦੇ ਅਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕਹਿੰਦੇ ਹਨ, ਕੀ ਕਹਿੰਦੇ ਹਨ? ਨਾਈਟ੍ਰੋਜਨ ਫਿਕਸੇਸ਼ਨ ਜਾਂ ਨਾਈਟ੍ਰੋਜਨ ਦਾ ਸਥਿਰੀਕਰਨ, ਮੋਲਡਿੰਗ ਉੱਲੀ ਦਾ ਉੱਗਣਾ, ਫਰਮੈਂਟੇਸ਼ਨ ਖਮੀਰਨ ਕਿਰਿਆ, ਇਨਫੈਕਸ਼ਨ ਜਾਂ ਲਾਗ ਦਾ ਹੋਣਾ। ਹਾਂਜੀ ਬੱਚੇ, ਤਾਂ ਖੰਡ ਦੇ ਅਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈਗਾ? ਖਮੀਰਨ ਕਿਰਿਆ। ਜਾਂ ਇਹਦਾ ਸਹੀ ਜਵਾਬ ਕੀ ਹੈਗਾ ਕਿ ਦ ਪ੍ਰੋਸੈਸ ਆਫ ਕਨਵਰਜ਼ਨ ਆਫ ਸ਼ੂਗਰ ਇਨਟੂ ਅਲਕੋਹਲ ਇਜ਼ ਕਾਲਡ ਫਰਮੈਂਟੇਸ਼ਨ। ਜਾਂ ਖੰਡ ਦੇ ਅਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈਗਾ? ਫਰਮੈਂਟੇਸ਼ਨ ਜਾਂ ਖਮੀਰਨ ਕਿਰਿਆ। ਹਾਂਜੀ, ਅਗਲਾ ਕੁਐਸਚਨ ਦੇਖੋ, ਵਿਚ ਆਫ ਦ ਫੋਲੋਇੰਗ ਇਜ਼ ਐਨ ਐਂਟੀਬਾਇਓਟਿਕ।
ਤਾਂ ਹੇਠ ਲਿਖਿਆ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ? ਸੋਡੀਅਮ ਬਾਈਕਾਰਬੋਨੇਟ, ਸਟ੍ਰੈਪਟੋਮਾਈਸਿਨ, ਅਲਕੋਹਲ ਜਾਂ ਜ਼ੀਸਟ ਜਾਂ ਖਮੀਰ। ਹਾਂਜੀ ਬੱਚੇ, ਇਹਨਾਂ ਦੇ ਵਿੱਚੋਂ ਐਂਟੀਬਾਇਓਟਿਕ ਜਾਂ ਪ੍ਰਤੀਜੈਵਿਕ ਦਵਾਈ ਕਿਹੜੀ ਹੈ? ਤੇਰਾ ਸਹੀ ਜਵਾਬ ਹੈ ਸਟ੍ਰੈਪਟੋਮਾਈਸਿਨ, ਆਪਸ਼ਨ ਬੀ। ਹਾਂਜੀ, ਅਗਲਾ ਕੁਐਸਚਨ ਦੇਖੋ। ਸੋਡੀਅਮ ਮੈਟਲ ਇਜ਼ ਸਟੋਰਡ ਇਨ, ਤਾਂ ਜਿਹੜੀ ਸੋਡੀਅਮ ਧਾਤ ਹੈ ਉਸ ਨੂੰ ਕਿਸ ਵਿੱਚ ਰੱਖਿਆ ਜਾਂਦਾ ਹੈਗਾ? ਆਪਸ਼ਨ ਏ ਵਾਟਰ ਜਾਂ ਪਾਣੀ ਵਿੱਚ, ਕੈਰੋਸੀਨ ਆਇਲ ਮਿੱਟੀ ਦੇ ਤੇਲ ਵਿੱਚ, ਏਅਰ ਹਵਾ ਵਿੱਚ, ਜਾਂ ਆਪਸ਼ਨ ਡੀ ਮਿਲਕ ਜਾਂ ਦੁੱਧ ਦੇ ਵਿੱਚ। ਤਾਂ ਬੱਚੇ ਸੋਡੀਅਮ ਜਿਹੜੀ ਧਾਤ ਹੈ, ਸੋਡੀਅਮ ਜਿਹੜਾ ਮੈਟਲ ਹੈ, ਇਹਨੂੰ ਕਿਸ ਚੀਜ਼ ਦੇ ਵਿੱਚ ਰੱਖਦੇ ਹਾਂ ਅਸੀਂ? ਇਸ ਨੂੰ ਰੱਖਦੇ ਹਾਂ ਅਸੀਂ ਕੈਰੋਸੀਨ ਆਇਲ ਜਾਂ ਮਿੱਟੀ ਦੇ ਤੇਲ ਦੇ ਵਿੱਚ। ਤਾਂ ਇਹਦਾ ਸਹੀ ਜਵਾਬ ਹੈ ਆਪਸ਼ਨ ਬੀ। ਹਾਂਜੀ, ਅਗਲਾ ਕੁਐਸਚਨ ਦੇਖੋ। ਵਿਚ ਆਫ ਦਾ ਫੋਲੋਇੰਗ ਇਜ਼ ਅ ਨॉन ਮੈਟਲ, ਤਾਂ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਅਧਾਤ ਹੈ? ਆਇਰਨ, ਲੋਹਾ, ਕਾਰਬਨ, ਗੋਲਡ ਜਾਂ ਸੋਨਾ ਜਾਂ ਕੈਲਸ਼ੀਅਮ। ਹਾਂਜੀ ਬੱਚੇ, ਇਹਨਾਂ ਦੇ ਵਿੱਚੋਂ ਦੇਖੋ ਜਿਹੜੀ ਅਧਾਤ ਕਿਹੜੀ ਇਹਨਾਂ ਦੇ ਵਿੱਚੋਂ? ਇਹਨਾਂ ਦੇ ਵਿੱਚੋਂ ਜਿਹੜੀ ਅਧਾਤ ਹੈ ਉਹ ਹੈ ਕਾਰਬਨ। ਤੇਰਾ ਸਹੀ ਜਵਾਬ ਕੀ ਆ ਜਾਏਗਾ? ਆਪਸ਼ਨ ਬੀ ਕਾਰਬਨ। ਹਾਂਜੀ, ਅਗਲਾ ਕੁਐਸਚਨ ਦੇਖੋ। ਦ ਮੈਟਲ ਵਿਚ ਇਜ਼ ਫਾਊਂਡ ਇਨ ਲਿਕੁਅਡ ਫਾਰਮ ਇਜ਼, ਤਾਂ ਬੱਚੇ ਤਰਲ ਅਵਸਥਾ ਵਿੱਚ ਪਾਈ ਜਾਣ ਵਾਲੀ ਧਾਤ ਕਿਹੜੀ ਹੈ ਇਹਨਾਂ ਚੋਂ? ਕਾਪਰ, ਸਿਲਵਰ, ਮਰਕਰੀ ਜਾਂ ਸੋਡੀਅਮ। ਹਾਂਜੀ ਬੱਚੇ, ਇਹਨਾਂ ਦੇ ਵਿੱਚੋਂ ਕਿਹੜੀ ਧਾਤ ਹੈ ਜਿਹੜੀ ਕਿ ਲਿਕੁਅਡ ਫਾਰਮ ਜਾਂ ਤਰਲ ਅਵਸਥਾ ਦੇ ਵਿੱਚ ਪਾਈ ਜਾਂਦੀ ਹੈ? ਤੇਰਾ ਸਹੀ ਜਵਾਬ ਹੈ ਆਪਸ਼ਨ ਸੀ ਮਰਕਰੀ ਜਾਂ ਪਾਰਾ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ। ਨੇਮ ਦ ਗੈਸ ਰਿਲੀਜ਼ਡ ਵੈਨ ਮੈਟਲ ਰਿਐਕਟਸ ਵਿਦ ਐਸਿਡਸ, ਤਾਂ ਬੱਚੇ ਧਾਤਾਂ ਦੀ ਤੇਜ਼ਾਬਾਂ ਨਾਲ ਕਿਰਿਆ ਹੋਣ 'ਤੇ ਕਿਹੜੀ ਗੈਸ ਪੈਦਾ ਹੁੰਦੀ ਹੈ? ਆਕਸੀਜਨ, ਹਾਈਡਰੋਜਨ, ਸਲਫਰ ਡਾਈਆਕਸਾਈਡ ਜਾਂ ਨਾਈਟ੍ਰੋਜਨ। ਹਾਂਜੀ ਬੱਚੇ, ਅਸੀਂ ਜਾਣਦੇ ਹਾਂ ਕਿ ਧਾਤਾਂ ਜਦੋਂ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਨੇ ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ? ਤੇਰਾ ਸਹੀ ਜਵਾਬ ਹੈ ਬੱਚੇ ਆਪਸ਼ਨ ਬੀ ਹਾਈਡਰੋਜਨ। ਹਾਂਜੀ, ਅਗਲਾ ਕੁਐਸਚਨ ਦੇਖੋ। ਵਿਚ ਆਫ ਦ ਫੋਲੋਇੰਗ ਗੈਸਿਜ਼ ਇਜ਼ ਅ ਸਪੋਰਟਰ ਇਨ ਕੰਬਸਸ਼ਨ, ਕਿਹੜੀ ਗੈਸ ਜਲਣ ਲਈ ਸਹਾਇਕ ਹੁੰਦੀ ਹੈ? ਆਕਸੀਜਨ ਗੈਸ, ਐਲਪੀਜੀ, ਨਾਈਟ੍ਰੋਜਨ ਗੈਸ ਜਾਂ ਕਾਰਬਨ ਡਾਈਆਕਸਾਈਡ ਗੈਸ। ਹਾਂਜੀ ਬੱਚੇ, ਇਹਨਾਂ ਦੇ ਵਿੱਚੋਂ ਕਿਹੜੀ ਗੈਸ ਹੈ ਜਿਹੜੀ ਜਲਣ ਦੇ ਲਈ ਸਹਾਇਕ ਹੁੰਦੀ ਹੈਗੀ? ਤੇਰਾ ਸਹੀ ਜਵਾਬ ਕੀ ਹੈਗਾ? ਆਪਸ਼ਨ ਏ ਆਕਸੀਜਨ। ਤਾਂ ਇਹ ਜਿਹੜੀ ਆਕਸੀਜਨ ਗੈਸ ਹੈ ਇਹ ਜਲਣ ਕਿਰਿਆ ਦੇ ਵਿੱਚ ਸਹਾਈ ਹੁੰਦੀ ਹੈ। ਹਾਂਜੀ, ਅਗਲਾ ਕੁਐਸਚਨ ਦੇਖੋ। ਵਿਚ ਆਫ ਦ ਫੋਲੋਇੰਗ ਇਜ਼ ਅ ਕੰਬਸਟੀਬਲ ਸਬਸਟਾਂਸ, ਹੇਠ ਲਿਖਿਆਂ ਵਿੱਚੋਂ ਕਿਹੜਾ ਜਲਨਸ਼ੀਲ ਪਦਾਰਥ ਹੈ? ਆਇਰਨ ਨੇਲ ਲੋਹੇ ਦੀਆਂ ਕਿੱਲਾਂ, ਗਲਾਸ ਕੱਚ ਦਾ ਗਲਾਸ ਜਾਂ ਕੱਚ ਕਹਿ ਸਕਦੇ ਹਾਂ ਅਸੀਂ, ਪੇਪਰ ਜਾਂ ਕਾਗਜ਼, ਪੀਸ ਆਫ ਸਟੋਨ ਪੱਥਰ ਦੇ ਟੁਕੜੇ। ਹਾਂਜੀ ਬੱਚੇ, ਇਹਨਾਂ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਜਲਨਸ਼ੀਲ ਪਦਾਰਥ ਕਿਹੜਾ ਹੈਗਾ? ਤੇਰਾ ਸਹੀ ਜਵਾਬ ਕੀ ਹੈਗਾ? ਆਪਸ਼ਨ ਸੀ ਪੇਪਰ। ਪੇਪਰ ਇਜ਼ ਅ ਕੰਬਸਟੀਬਲ ਸਬਸਟਾਂਸ, ਜਾਂ ਪੇਪਰ ਜਿਹੜਾ ਹੈਗਾ ਇਹ ਜਲਨਸ਼ੀਲ ਪਦਾਰਥ ਹੈ। ਹਾਂਜੀ, ਅਗਲਾ ਕੁਐਸਚਨ ਦੇਖੋ। ਦ ਕੰਡੀਸ਼ਨਸ ਫਾਰ ਕੰਬਸਸ਼ਨ ਆਰ, ਜਲਣ ਲਈ ਜ਼ਰੂਰੀ ਸ਼ਰਤਾਂ ਹਨ। ਹਾਂਜੀ, ਆਪਸ਼ਨ ਏ ਫਿਊਲ ਐਂਡ ਏਅਰ, ਬਾਲਣ ਅਤੇ ਹਵਾ, ਫਿਊਲ ਏਅਰ ਐਂਡ ਇਗਨੀਸ਼ਨ ਟੈਂਪਰੇਚਰ, ਬਾਲਣ ਹਵਾ ਅਤੇ ਜਲਣ ਤਾਪ, ਫਿਊਲ ਐਂਡ ਇਗਨੀਸ਼ਨ ਟੈਂਪਰੇਚਰ, ਬਾਲਣ ਅਤੇ ਜਲਣ ਤਾਪ, ਏਅਰ ਐਂਡ ਇਗਨੀਸ਼ਨ ਟੈਂਪਰੇਚਰ ਹਵਾ ਅਤੇ ਜਲਣ ਤਾਪ। ਹਾਂਜੀ ਬੱਚੇ, ਇਹਨਾਂ ਦੇ ਵਿੱਚੋਂ ਕਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਕੰਬਸਸ਼ਨ ਲਈ ਜ਼ਰੂਰੀ ਨੇ, ਜਾਂ ਇਹਨਾਂ ਦੇ ਵਿੱਚੋਂ ਜਾਲਣ ਦੇ ਲਈ ਜ਼ਰੂਰੀ ਸ਼ਰਤਾਂ ਕਿਹੜੀਆਂ ਨੇ? ਤੇਰਾ ਸਹੀ ਜਵਾਬ ਕੀ ਹੈਗਾ? ਫਿਊਲ ਏਅਰ ਐਂਡ ਇਗਨੀਸ਼ਨ ਟੈਂਪਰੇਚਰ। ਤਾਂ ਬੱਚੇ ਜਾਲਣ ਲਈ ਜ਼ਰੂਰੀ ਸ਼ਰਤਾਂ ਨੇ ਬਾਲਣ, ਹਵਾ ਅਤੇ ਜਾਲਣ ਤਾਪਮਾਨ। ਹਾਂਜੀ, ਅਗਲਾ ਕੁਐਸਚਨ ਦੇਖੋ। ਵਾਈਲ ਐਕਸਟਿੰਗੁਇਸ਼ਿੰਗ ਫਾਇਰ ਆਫ ਇਲੈਕਟ੍ਰਿਕ ਵਾਇਰਸ,
एंड इलैक्ट्रिक इंस्ट्रूमेंट्स विच ऑफ द फॉलोइंग आइटम इज़ नॉट यूज्ड। ਤਾਂ ਬੱਚੇ ਬਿਜਲੀ ਉਪਕਰਨਾਂ ਜਾਂ ਬਿਜਲੀ ਤਾਰਾਂ ਨੂੰ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਕਿਸ ਪਦਾਰਥ ਦੀ ਵਰਤੋਂ ਨਹੀਂ ਕੀਤੀ ਜਾਂਦੀ? ਸੈਂਡ ਜਾਂ ਰੇਤ, ਵਾਟਰ ਜਾਂ ਪਾਣੀ, ਫੋਮ ਜਾਂ ਝੱਗ ਜਾਂ ਕਾਰਬਨ ਡਾਈਆਕਸਾਈਡ। ਹਾਂਜੀ ਬੱਚੇ, ਬਿਜਲੀ ਦੇ ਉਪਕਰਨਾਂ ਨੂੰ ਜਿਹੜੀ ਅੱਗ ਲੱਗਦੀ ਹੈ ਉਸ ਅੱਗ ਨੂੰ ਬੁਝਾਉਣ ਦੇ ਲਈ ਅਸੀਂ ਕਿਸ ਚੀਜ਼ ਦੀ ਵਰਤੋਂ ਨਹੀਂ ਕਰ ਸਕਦੇ? ਉਹ ਹੈ ਆਪਸ਼ਨ ਬੀ, ਵਾਟਰ ਜਾਂ ਪਾਣੀ। ਤਾਂ ਅਸੀਂ ਬਿਜਲੀ ਦੇ ਉਪਕਰਨਾਂ ਨੂੰ ਲੱਗੀ ਅੱਗ ਨੂੰ ਪਾਣੀ ਦੇ ਨਾਲ ਨਹੀਂ ਬੁਝਾ ਸਕਦੇ ਕਿਉਂਕਿ ਇਸ ਦੇ ਨਾਲ ਕਰੰਟ ਲੱਗਣ ਦਾ ਖਤਰਾ ਰਹਿੰਦਾ ਹੈ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ। ਇਨ ਵਿਚ ਬੁੱਕ ਇਜ਼ ਦਾ ਰਿਕਾਰਡ ਆਫ ਇੰਡੇਂਜਰਡ ਸਪੀਸੀਜ਼ ਕੈਪਟ। ਹਾਂਜੀ, ਕਿਹੜੀ ਕਿਤਾਬ ਦੇ ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈਗਾ? ਬਲੂ ਡਾਟਾ ਬੁੱਕ ਜਾਂ ਨੀਲੀ ਅੰਕੜਾ ਕਿਤਾਬ, ਰੈੱਡ ਡਾਟਾ ਬੁੱਕ ਲਾਲ ਅੰਕੜਾ ਕਿਤਾਬ, ਯੈਲੋ ਡਾਟਾ ਬੁੱਕ ਪੀਲੀ ਅੰਕੜਾ ਕਿਤਾਬ ਜਾਂ ਗ੍ਰੀਨ ਡਾਟਾ ਬੁੱਕ ਹਰੀ ਅੰਕੜਾ ਕਿਤਾਬ। ਹਾਂਜੀ ਬੱਚੇ, ਇਹਨਾਂ ਦੇ ਵਿੱਚੋਂ ਕਿਹੜੀ ਕਿਤਾਬ ਹੈ ਜਿਸ ਦੇ ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਜਾਂ ਜਿਸ ਦੇ ਵਿੱਚ ਇੰਡੇਂਜਰਡ ਸਪੀਸੀਜ਼ ਦਾ ਰਿਕਾਰਡ ਰੱਖਿਆ ਜਾਂਦਾ ਹੈਗਾ? ਤਾਂ ਇਹ ਹੈ ਰੈੱਡ ਡਾਟਾ ਬੁੱਕ। ਇਹਦਾ ਸਹੀ ਜਵਾਬ ਹੈ ਆਪਸ਼ਨ ਬੀ, ਰੈੱਡ ਡਾਟਾ ਬੁੱਕ ਜਾਂ ਪੰਜਾਬੀ ਦੇ ਵਿੱਚ ਅਸੀਂ ਕਹਾਂਗੇ ਲਾਲ ਅੰਕੜਾ ਕਿਤਾਬ। ਹਾਂਜੀ, ਅਗਲਾ ਕੁਐਸਚਨ ਦੇਖੋ। ਦ ਇਨਕਰੀਜ਼ ਇਨ ਦ ਲੈਵਲ ਆਫ ਵਿਚ ਗੈਸ ਕਾਜ਼ਿਜ਼ ਗਲੋਬਲ ਵਾਰਮਿੰਗ। ਤਾਂ ਬੱਚੇ, ਕਿਹੜੀ ਗੈਸ ਦੀ ਮਾਤਰਾ ਵਧਣ ਦੇ ਨਾਲ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਹੁੰਦਾ ਹੈਗਾ? ਆਪਸ਼ਨ ਏ ਕਾਰਬਨ ਡਾਈਆਕਸਾਈਡ, ਆਪਸ਼ਨ ਬੀ ਆਕਸੀਜਨ, ਆਪਸ਼ਨ ਸੀ ਨਾਈਟ੍ਰੋਜਨ ਜਾਂ ਆਪਸ਼ਨ ਡੀ ਹਾਈਡਰੋਜਨ। ਹਾਂਜੀ ਬੱਚੇ, ਅਸੀਂ ਜਾਣਦੇ ਹਾਂ ਕਿ ਗਲੋਬਲ ਵਾਰਮਿੰਗ ਜਾਂ ਵਿਸ਼ਵ ਦੇ ਤਾਪਮਾਨ ਵਿੱਚ ਵਾਧੇ ਦੇ ਲਈ ਕਿਹੜੀ ਗੈਸ ਜ਼ਿੰਮੇਵਾਰ ਹੈ? ਤਾਂ ਇਹਦਾ ਸਹੀ ਜਵਾਬ ਹੈ ਕਾਰਬਨ ਡਾਈਆਕਸਾਈਡ ਗੈਸ। ਹਾਂਜੀ, ਅਗਲਾ ਕੁਐਸਚਨ ਦੇਖੋ। ਦ ਸਪੀਸੀਜ਼ ਫਾਊਂਡ ਇਨ ਅ ਪਾਰਟੀਕੂਲਰ ਏਰੀਆ ਇਜ਼ ਕਾਲਡ। ਹਾਂਜੀ, ਉਹ ਪ੍ਰਜਾਤੀਆਂ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਹਨ ਉਹਨਾਂ ਨੂੰ ਕਹਿੰਦੇ ਹਨ ਐਂਡੈਮਿਕ ਸਪੀਸੀਜ਼ ਜਾਂ ਖਾਸ ਸਥਾਨਕ ਪ੍ਰਜਾਤੀਆਂ, ਫੌਨਾ ਜੀਵ ਜਗਤ, ਸੀ ਫਲੋਰਾ ਐਂਡ ਫੌਨਾ ਪੌਦਾ ਜਗਤ ਅਤੇ ਜੀਵ ਜਗਤ, ਨਨ ਆਫ ਦੀਜ਼ ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ ਬੱਚੇ, ਤਾਂ ਜਿਹੜੀਆਂ ਪ੍ਰਜਾਤੀਆਂ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆਂਗੇ? ਐਂਡੇਮਿਕ ਸਪੀਸੀਜ਼ ਜਾਂ ਖਾਸ ਸਥਾਨਕ ਪ੍ਰਜਾਤੀਆਂ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ। ਵਿਚ ਆਊਟ ਆਫ ਦ ਫੋਲੋਇੰਗ ਸੈੱਲ ਆਰਗਨਸ ਇਜ਼ ਫਾਊਂਡ ਇਨ ਪਲਾਂਟਸ ਓਨਲੀ। ਤਾਂ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸੈੱਲ ਅੰਗ ਕੇਵਲ ਪੌਦਿਆਂ ਵਿੱਚ ਹੀ ਪਾਇਆ ਜਾਂਦਾ ਹੈ? ਆਪਸ਼ਨ ਏ ਮਾਈਟੋਕੌਂਡਰੀਆ, ਆਪਸ਼ਨ ਬੀ ਕਲੋਰੋਪਲਾਸਟ, ਆਪਸ਼ਨ ਸੀ ਸੈੱਲ ਮੈਂਬਰੇਨ ਜਾਂ ਸੈੱਲ ਝਿੱਲੀ ਜਾਂ ਆਪਸ਼ਨ ਡੀ ਨਿਊਕਲੀਅਸ ਜਾਂ ਕੇਂਦਰਕ। ਹਾਂਜੀ ਬੱਚੇ, ਇਹਨਾਂ ਦੇ ਵਿੱਚੋਂ ਕਿਹੜਾ ਸੈੱਲ ਅੰਗ ਜਾਂ ਸੈੱਲ ਆਰਗਨ ਹੈ ਜਿਹੜਾ ਸਿਰਫ ਪੌਦਿਆਂ ਦੇ ਵਿੱਚ ਹੀ ਪਾਇਆ ਜਾਂਦਾ ਹੈ? ਤਾਂ ਬੱਚੇ, ਇਹਦਾ ਸਹੀ ਜਵਾਬ ਕੀ ਹੈ? ਇਹਦਾ ਸਹੀ ਜਵਾਬ ਹੈ ਆਪਸ਼ਨ ਬੀ ਕਲੋਰੋਪਲਾਸਟ। ਹਾਂਜੀ, ਅਗਲਾ ਕੁਐਸਚਨ ਦੇਖੋ। ਹੂ ਡਿਸਕਵਰਡ ਦ ਸੈੱਲ। ਤਾਂ ਬੱਚੇ, ਸੈੱਲ ਦੀ ਖੋਜ ਕਿਸ ਨੇ ਕੀਤੀ? ਆਪਸ਼ਨ ਏ ਰੋਬਰਟ ਹੁੱਕ, ਐਮ ਜੇ ਸਕਲੇਡਨ, ਆਪਸ਼ਨ ਸੀ ਸਕੈਵਾਨ ਜਾਂ ਆਪਸ਼ਨ ਡੀ ਰੋਬਰਟ ਬਰਾਊਨ। ਹਾਂਜੀ ਬੱਚੇ, ਹੂ ਡਿਸਕਵਰਡ ਦਾ ਸੈੱਲ ਜਾਂ ਸੈੱਲ ਦੀ ਖੋਜ ਕਿਸ ਨੇ ਕੀਤੀ ਸੀ? ਇਹਦਾ ਸਹੀ ਜਵਾਬ ਹੈ ਰੋਬਰਟ ਹੁੱਕ। ਹਾਂਜੀ, ਅਗਲਾ ਕੁਐਸਚਨ ਦੇਖੋ। ਥ੍ਰੈਡ ਲਾਈਕ ਸਟਰਕਚਰਸ ਫਾਊਂਡ ਇਨ ਨਿਊਕਲੀਅਸ ਆਫ ਅ ਸੈੱਲ ਇਜ਼ ਕਾਲਡ। ਹਾਂਜੀ, ਸੈੱਲ ਦੇ ਕੇਂਦਰਕ ਵਿੱਚ ਤਾਗੇ ਵਰਗੀਆਂ ਰਚਨਾਵਾਂ ਨੂੰ ਕੀ ਕਹਿੰਦੇ ਹਨ? ਸੈਂਟਰੋਸੋਮ, ਕਲੋਰੋਪਲਾਸਟ, ਕ੍ਰੋਮੋਜ਼ੋਮ ਜਾਂ ਰਾਈਬੋਸੋਮ। ਹਾਂਜੀ ਬੱਚੇ, ਇਹਦੇ ਵਿੱਚ ਦੇਖੋ ਸੈੱਲ ਦੇ ਕੇਂਦਰਕ ਵਿੱਚ ਜਿਹੜੀਆਂ ਤਾਗੇ ਵਰਗੀਆਂ ਰਚਨਾਵਾਂ ਨੇ, ਠੀਕ ਹੈ, ਸਟਰਕਚਰਸ ਫਾਊਂਡ ਇਨ ਨਿਊਕਲੀਅਸ ਵਿਚ ਆਰ ਥ੍ਰੈਡ ਲਾਈਕ, ਦੋ ਸਟਰਕਚਰਸ ਆਰ ਕਾਲਡ। ਤਾਂ ਇਹਦਾ ਸਹੀ ਜਵਾਬ ਕੀ ਹੈ ਬੱਚੇ? ਕ੍ਰੋਮੋਜ਼ੋਮ, ਆਪਸ਼ਨ ਸੀ
क्रोमोजोम। हाँ जी, अगला क्वेश्चन देखो, द नंबर ऑफ न्यूक्लियाई फाउंड इन अ जाइगोट। हाँ जी, युग्मज ਵਿੱਚ ਪਾਏ ਜਾਣ ਵਾਲੇ ਕੇਂਦਰਕਾਂ ਦੀ ਸੰਖਿਆ ਕਿੰਨੀ ਹੁੰਦੀ ਹੈ? ਨਨ, ਕੋਈ ਨਹੀਂ, 1 1, 2 2 ਜਾਂ ਡੀ 4। ਤਾਂ ਬੱਚੇ ਨੰਬਰ ਆਫ ਨਿਊਕਲੀਆਈ ਫਾਊਂਡ ਇਨ ਜ਼ਾਈਗੋਟ ਜਾਂ ਯੁਗਮਜ ਵਿੱਚ ਪਾਏ ਜਾਣ ਵਾਲੇ ਕੇਂਦਰਕਾਂ ਦੀ ਸੰਖਿਆ ਕਿੰਨੀ ਹੁੰਦੀ ਹੈ? ਤੇ ਇਹਦਾ ਸਹੀ ਜਵਾਬ ਹੈ ਬੱਚੇ ਆਪਸ਼ਨ ਬੀ 1 ਜਾਂ 1। ਹਾਂਜੀ, ਅਗਲਾ ਕੁਐਸਚਨ ਦੇਖੋ, ਬਾय ਵਿਚ ਪ੍ਰੋਸੈਸ ਇਜ਼ ਟੈਡਪੋਲ ਡਿਵੈਲਪਡ ਇਨਟੂ ਐਡਲਟ। ਤਾਂ ਇੱਕ ਟੈਡਪੋਲ ਜਿਸ ਪ੍ਰਕਿਰਿਆ ਦੁਆਰਾ ਪ੍ਰੌੜ ਵਿੱਚ ਵਿਕਸਿਤ ਹੁੰਦਾ ਹੈਗਾ ਉਹ ਹੈ ਫਰਟੀਲਾਈਜੇਸ਼ਨ ਜਾਂ ਨਿਸ਼ੇਚਨ, ਮੈਟਾਮੋਰਫਸਿਸ ਜਾਂ ਕਾਇਆ ਪਰਿਵਰਤਨ, ਸਟੈਗਨੇਸ਼ਨ ਜਾਂ ਠਹਿਰਨਾ, ਜਾਂ ਬਡਿੰਗ। ਹਾਂਜੀ ਬੱਚੇ, ਇੱਕ ਟੈਡਪੋਲ ਜਿਸ ਪ੍ਰਕਿਰਿਆ ਦੁਆਰਾ ਪ੍ਰੌੜ ਵਿੱਚ ਵਿਕਸਿਤ ਹੁੰਦਾ ਹੈ, ਠੀਕ ਹੈ, ਜਾਂ ਦ ਪ੍ਰੋਸੈਸ ਬਾय ਵਿਚ ਟੈਡਪੋਲ ਡਿਵੈਲਪਡ ਇਨਟੂ ਐਡਲਟ ਇਜ਼ ਕਾਲਡ। ਇਹਦਾ ਸਹੀ ਜਵਾਬ ਹੈ ਆਪਸ਼ਨ ਬੀ ਮੈਟਾਮੋਰਫਸਿਸ, ਜਿਸ ਨੂੰ ਪੰਜਾਬੀ ਦੇ ਵਿੱਚ ਅਸੀਂ ਕੀ ਕਹਾਂਗੇ? ਕਾਇਆ ਪਰਿਵਰਤਨ। ਹਾਂਜੀ, ਅਗਲਾ ਕੁਐਸਚਨ ਦੇਖੋ, ਹਾਂਜੀ ਬੱਚੇ, ਅਗਲਾ ਕੁਐਸਚਨ ਹੈ ਆਪਣਾ, ਐਨ ਅਮੀਬਾ ਔਨ ਫਿਸ਼ਨ ਪ੍ਰੋਡਿਊਸਿਸ 2 ਅਮੀਬਾ, ਵਟ ਟਾਈਪ ਆਫ ਏਸੈਕਸ਼ੁਅਲ ਰਿਪਰੋਡਕਸ਼ਨ ਇਜ਼ ਦਿਸ। ਹਾਂਜੀ ਬੱਚੇ, ਅਮੀਬਾ ਆਪਣੇ ਆਪ ਨੂੰ 2 ਭਾਗਾਂ ਵਿੱਚ ਵੰਡ ਕੇ ਸੰਤਾਨ ਪੈਦਾ ਕਰਦਾ ਹੈ। ਤਾਂ ਇਸ ਪ੍ਰਕਾਰ ਦੇ ਅਲਿੰਗੀ ਪ੍ਰਜਨਨ ਨੂੰ ਕਹਿੰਦੇ ਹਨ, ਹਾਂਜੀ ਕੀ ਕਹਿੰਦੇ ਹਨ? ਬਡਿੰਗ, ਬਾਈਂਡਰੀ ਫਿਸ਼ਨ ਜਾਂ 2 ਖੰਡਨ, ਗੈਮੀਟਸ ਜਾਂ ਯੁਗਮਕ, ਜਾਂ ਵੈਜੀਟੇਟਿਵ ਰਿਪਰੋਡਕਸ਼ਨ ਜਾਂ ਬਨਸਪਤੀ ਪ੍ਰਜਨਨ। ਹਾਂਜੀ ਬੱਚੇ, ਅਸੀਂ ਜਾਣਦੇ ਹਾਂ ਕਿ ਜਦੋਂ ਅਮੀਬਾ ਆਪਣੇ ਆਪ ਨੂੰ 2 ਭਾਗਾਂ ਵਿੱਚ ਵੰਡ ਕੇ ਸੰਤਾਨ ਪੈਦਾ ਕਰਦਾ ਹੈ ਤਾਂ ਇਸ ਪ੍ਰਕਾਰ ਦੇ ਅਲਿੰਗੀ ਪ੍ਰਜਨਨ ਨੂੰ ਕੀ ਕਹਿੰਦਾ ਹੈਗਾ? ਬਾਈਨਰੀ ਫਿਸ਼ਨ ਜਾਂ 2 ਖੰਡਨ। ਹਾਂਜੀ, ਅਗਲਾ ਕੁਐਸਚਨ ਦੇਖੋ, ਦ ਪ੍ਰੈਸ਼ਰ ਐਗਜ਼ਰਟਿਡ ਬਾय ਵਾਟਰ ਐਟ ਦ ਬਾਟਮ ਆਫ ਦ ਕੰਟੇਨਰ ਡਿਪੈਂਡਸ ਔਨ। ਹਾਂਜੀ, ਕਿਸੇ ਬਰਤਨ ਦੇ ਤਲੇ ਤੇ ਪਾਣੀ ਦੁਆਰਾ ਲਾਇਆ ਜਾਣ ਵਾਲਾ ਦਾਬ ਨਿਰਭਰ ਕਰਦਾ ਹੈ ਕਿਸ ਚੀਜ਼ ਤੇ? ਹਾਈਟ ਆਫ ਕਾਲਮ, ਕਾਲਮ ਦੀ ਉਚਾਈ ਤੇ, ਵੇਟ ਆਫ ਕਾਲਮ, ਕਾਲਮ ਦੇ ਭਾਰ ਤੇ, ਸਾਈਜ਼ ਆਫ ਕਾਲਮ, ਕਾਲਮ ਦੇ ਆਕਾਰ ਤੇ, ਜਾਂ ਸ਼ੇਪ ਆਫ ਕਾਲਮ, ਕਾਲਮ ਦੀ ਆਕ੍ਰਿਤੀ ਉੱਤੇ। ਹਾਂਜੀ ਬੱਚੇ, ਤਾਂ ਕਿਸੇ ਬਰਤਨ ਦੇ ਤਲੇ ਤੇ ਪਾਣੀ ਦੁਆਰਾ ਲਾਇਆ ਜਾਣ ਵਾਲਾ ਦਾਬ ਕਿਸ ਚੀਜ਼ ਤੇ ਨਿਰਭਰ ਕਰਦਾ ਹੈਗਾ? ਦ ਪ੍ਰੈਸ਼ਰ ਐਗਜ਼ਰਟਿਡ ਬਾय ਵਾਟਰ ਐਟ ਦ ਬਾਟਮ ਆਫ ਦ ਕੰਟੇਨਰ ਡਿਪੈਂਡਸ ਔਨ ਹਾਈਟ ਆਫ ਕਾਲਮ, ਕਾਲਮ ਦੀ ਉਚਾਈ ਉੱਤੇ। ਹਾਂਜੀ, ਅਗਲਾ ਕੁਐਸਚਨ ਦੇਖੋ, ਵਾਈਲ ਕੈਰਿੰਗ ਲਗੇਜ ਔਨ ਦ ਰੇਲਵੇ ਸਟੇਸ਼ਨ ਅ ਕੁਲੀ ਆਫਨ ਰੋਲਸ ਹਿਜ਼ ਕਲੋਥ ਐਂਡ ਪਲੇਸਿਸ ਇਟ ਔਨ ਹਿਜ਼ ਹੈਡ, ਦਿਸ ਇਜ਼ ਟੂ। ਹਾਂਜੀ, ਰੇਲਵੇ ਸਟੇਸ਼ਨ ਤੋਂ ਕੁਲੀ ਜਦੋਂ ਭਾਰਾ ਸਮਾਨ ਚੁੱਕਦੇ ਹਨ ਤਾਂ ਉਹ ਆਪਣੇ ਸਿਰ ਉੱਤੇ ਇੱਕ ਕੱਪੜੇ ਦਾ ਗੋਲ ਲਪੇਟ ਰੱਖਦੇ ਹਨ ਤਾਂ ਜੋ, ਹਾਂਜੀ, ਦਿਸ ਇਜ਼ ਟੂ ਇਨਕਰੀਜ਼ ਦਾ ਫੋਰਸ, ਬਲ ਨੂੰ ਵਧਾਇਆ ਜਾਵੇ, ਇੰਕਰੀਜ਼ ਦਾ ਪ੍ਰੈਸ਼ਰ, ਦਾਬ ਵੱਧ ਜਾਵੇ, ਰਿਡਿਊਸ ਦਾ ਵੇਟ, ਭਾਰ ਨੂੰ ਘਟਾਉਣ ਲਈ, ਰਿਡਿਊਸ ਦਾ ਪ੍ਰੈਸ਼ਰ, ਦਾਬ ਨੂੰ ਘਟਾਉਣ ਲਈ। ਹਾਂਜੀ ਬੱਚੇ, ਤਾਂ ਰੇਲਵੇ ਸਟੇਸ਼ਨ 'ਤੇ ਕੁਲੀ ਜਦੋਂ ਭਾਰਾ ਸਮਾਨ ਚੁੱਕਦੇ ਨੇ ਤਾਂ ਉਹ ਆਪਣੇ ਸਿਰ ਉੱਤੇ ਇੱਕ ਕੱਪੜੇ ਦਾ ਗੋਲ ਲਪੇਟ ਰੱਖ ਲੈਂਦੇ ਨੇ। ਕਿਉਂ ਰੱਖਦੇ ਨੇ? ਦਾਬ ਘਟ ਜਾਵੇ, ਟੂ ਰਿਡਿਊਸ ਦਾ ਪ੍ਰੈਸ਼ਰ। ਇਹਦਾ ਸਹੀ ਜਵਾਬ ਹੈ ਆਪਸ਼ਨ ਡੀ, ਰਿਡਿਊਸ ਦਾ ਪ੍ਰੈਸ਼ਰ। ਹਾਂਜੀ, ਅਗਲਾ ਕੁਐਸਚਨ ਦੇਖੋ ਬੱਚੇ, ਹਾਂਜੀ ਅਗਲਾ ਕੁਐਸਚਨ ਹੈ, ਫੋਰਸ ਇਜ਼। ਹਾਂਜੀ, ਬਲ ਹੁੰਦਾ ਹੈ, ਬਲ ਕੀ ਹੈ? ਅ ਪੁਸ਼ ਔਨ ਐਨ ਆਬਜੈਕਟ, ਵਸਤੂ ਤੇ ਲੱਗਿਆ ਧੱਕਾ, ਅ ਪੁੱਲ ਔਨ ਐਨ ਆਬਜੈਕਟ, ਵਸਤੂ ਤੇ ਲੱਗਾ ਖਿਚਾਅ, ਪੁਸ਼ ਔਰ ਪੁੱਲ ਆਫ ਐਨ ਆਬਜੈਕਟ, ਵਸਤੂ ਤੇ ਲੱਗਾ ਧੱਕਾ ਜਾਂ ਖਿਚਾਅ, ਨਾਈਦਰ ਪੁਸ਼ ਨੌਰ ਪੁੱਲ, ਨਾ ਧੱਕਾ ਨਾ ਖਿੱਚ। ਹਾਂਜੀ ਬੱਚੇ, ਤੇਰਾ ਸਹੀ ਜਵਾਬ ਕੀ ਹੈ? ਫੋਰਸ ਇਜ਼ ਪੁਸ਼ ਔਰ ਪੁੱਲ ਔਨ ਐਨ ਆਬਜੈਕਟ। ਤੇਰਾ ਸਹੀ ਜਵਾਬ ਹੈ ਆਪਸ਼ਨ ਸੀ। ਤਾਂ ਬਲ ਹੁੰਦਾ ਹੈ ਵਸਤੂ ਤੇ ਲੱਗਾ ਧੱਕਾ ਜਾਂ ਖਿਚਾਅ। ਤੇਰਾ ਸਹੀ ਜਵਾਬ ਹੈ ਆਪਸ਼ਨ ਸੀ।
हाँ जी बच्चे, अगला क्वेश्चन देखो। अ कैमल कैन ईजिली वॉक बेयर फुटेड ऑन सैंड वाइल वी कैनॉट बिकॉज। हाँ जी बच्चे, ਊਠ ਹੈ ਜਿਹੜਾ ਇਹ ਆਸਾਨੀ ਦੇ ਨਾਲ ਰੇਤ ਤੇ ਨੰਗੇ ਪੈਰ ਚੱਲ ਸਕਦਾ ਹੈ, ਜਦ ਕਿ ਅਸੀਂ ਨਹੀਂ ਚੱਲ ਸਕਦੇ, ਕਿਉਂਕਿ ਸਰਫੇਸ ਏਰੀਆ ਆਫ ਦਾ ਫੁੱਟ ਆਫ ਕੈਮਲ ਇਜ਼ ਮੋਰ। ਊਠ ਦੇ ਪੈਰਾਂ ਦਾ ਖੇਤਰਫਲ ਜ਼ਿਆਦਾ ਹੁੰਦਾ ਹੈ। ਆਪਸ਼ਨ ਬੀ, ਸਰਫੇਸ ਏਰੀਆ ਆਫ ਆਵਰ ਫੁੱਟ ਇਜ਼ ਮੋਰ, ਸਾਡੇ ਪੈਰਾਂ ਦਾ ਖੇਤਰਫਲ ਜ਼ਿਆਦਾ ਹੁੰਦਾ ਹੈ। ਜਾਂ ਆਪਸ਼ਨ ਸੀ, ਬੋਥ ਏ ਐਂਡ ਬੀ, ਏ ਅਤੇ ਬੀ ਦੋਵੇਂ ਹੀ। ਜਾਂ ਆਪਸ਼ਨ ਡੀ, ਨਨ ਆਫ ਦਾ ਟੂ ਅਬਵ, ਦੋਹਾਂ ਵਿੱਚੋਂ ਕੋਈ ਨਹੀਂ। ਹਾਂਜੀ ਬੱਚੇ, ਇਹਦਾ ਸਹੀ ਜਵਾਬ ਕੀ ਹੈ ਕਿ ਅ ਕੈਮਲ ਕੈਨ ਈਜ਼ਲੀ ਵਾਕ ਬੇਅਰ ਫੁੱਟਡ ਔਨ ਸੈਂਡ ਵਾਈਲ ਵੀ ਕੈਨੋਟ ਬਿਕੋਜ਼ ਸਰਫੇਸ ਏਰੀਆ ਆਫ ਦਾ ਫੁੱਟ ਆਫ ਕੈਮਲ ਇਜ਼ ਮੋਰ। ਤਾਂ ਬੱਚੇ, ਜਿਹੜਾ ਊਠ ਹੈ ਉਹ ਆਸਾਨੀ ਨਾਲ ਰੇਤ ਤੇ ਨੰਗੇ ਪੈਰ ਚੱਲ ਸਕਦਾ ਹੈ, ਜਦੋਂ ਕਿ ਅਸੀਂ ਨਹੀਂ ਚੱਲਦੇ। ਤੇ ਕਿਉਂ ਚੱਲ ਸਕਦਾ ਹੈ? ਕਿਉਂਕਿ ਊਠ ਦੇ ਪੈਰਾਂ ਦਾ ਖੇਤਰਫਲ ਜਿਹੜਾ ਹੈਗਾ ਉਹ ਜ਼ਿਆਦਾ ਹੁੰਦਾ ਹੈ। ਤੇ ਜਿਹਦਾ ਸਹੀ ਜਵਾਬ ਹੈ ਆਪਸ਼ਨ ਏ। ਹਾਂਜੀ, ਅੱਗੇ ਦੇਖੋ। ਇਟ ਇਜ਼ ਡਿਫਿਕਲਟ ਟੂ ਵਾਕ ਔਨ ਵੈਟ ਫਲੋਰ ਬਿਕੋਜ਼। ਹਾਂਜੀ ਬੱਚੇ, ਗਿੱਲੇ ਫਰਸ਼ 'ਤੇ ਚੱਲਣਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਬਿਕੋਜ਼ ਫ੍ਰਿਕਸ਼ਨਲ ਫੋਰਸ ਇੰਕਰੀਜ਼ਿਸ, ਰਗੜ ਬਲ ਵਧਣ ਕਾਰਨ। ਆਪਸ਼ਨ ਬੀ, ਫ੍ਰਿਕਸ਼ਨਲ ਫੋਰਸ ਡਿਕਰੀਜ਼ਿਸ, ਰਗੜ ਬਲ ਘਟਣ ਕਾਰਨ। ਸਮਟਾਈਮਸ ਫ੍ਰਿਕਸ਼ਨਲ ਫੋਰਸ ਇੰਕਰੀਜ਼ਿਸ, ਕਈ ਵਾਰੀ ਰਗੜ ਵੱਧ ਜਾਂਦੀ ਹੈ। ਇਟ ਇਜ਼ ਡਿਫਿਕਲਟ ਟੂ ਅਪਲਾਈ ਮੋਰ ਮਸਕੂਲਰ ਫੋਰਸ, ਪੇਸ਼ੀ ਬਲ ਲਗਾਉਣਾ ਮੁਸ਼ਕਿਲ ਹੁੰਦਾ ਹੈ। ਹਾਂਜੀ ਬੱਚੇ, ਗਿੱਲੇ ਫਰਸ਼ 'ਤੇ ਚੱਲਣਾ ਮੁਸ਼ਕਿਲ ਕਿਉਂ ਹੁੰਦਾ ਹੈ? ਕਿਉਂਕਿ ਰਗੜ ਬਲ ਘਟ ਜਾਂਦਾ ਹੈ। ਤਾਂ ਇਸ ਲਈ ਇਹਦਾ ਸਹੀ ਜਵਾਬ ਕੀ ਹੋਏਗਾ ਕਿ ਇਟ ਇਜ਼ ਡਿਫਿਕਲਟ ਟੂ ਵਾਕ ਔਨ ਵੈਟ ਫਲੋਰ ਬਿਕੋਜ਼ ਫ੍ਰਿਕਸ਼ਨਲ ਫੋਰਸ ਡਿਕਰੀਜ਼ਿਸ। ਇਹਦਾ ਸਹੀ ਜਵਾਬ ਹੈ ਆਪਸ਼ਨ ਬੀ, ਫ੍ਰਿਕਸ਼ਨਲ ਫੋਰਸ ਡਿਕਰੀਜ਼ਿਸ। ਜਾਂ ਗਿੱਲੇ ਫਰਸ਼ 'ਤੇ ਚੱਲਣਾ ਮੁਸ਼ਕਿਲ ਕਿਉਂ ਹੁੰਦਾ ਹੈਗਾ? ਕਿਉਂਕਿ ਰਗੜ ਬਲ ਘਟ ਜਾਂਦਾ ਹੈ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ। ਹਾਂਜੀ, ਰੋਲਿੰਗ ਫ੍ਰਿਕਸ਼ਨ ਇਜ਼। ਹਾਂਜੀ, ਵੇਲਣੀ ਰਗੜ ਹੁੰਦੀ ਹੈ। ਮੋਰ ਦੈਨ ਸਟੇਟਿਕ ਫ੍ਰਿਕਸ਼ਨ, ਸਥਿਤਿਕ ਰਗੜ ਤੋਂ ਜ਼ਿਆਦਾ। ਇਕੁਅਲ ਟੂ ਸਟੇਟਿਕ ਫ੍ਰਿਕਸ਼ਨ, ਸਥਿਤਿਕ ਰਗੜ ਦੇ ਬਰਾਬਰ। ਲੈਸ ਦੈਨ ਸਟੇਟਿਕ ਫ੍ਰਿਕਸ਼ਨ, ਸਥਿਤਿਕ ਰਗੜ ਤੋਂ ਘੱਟ। ਜਾਂ ਸਮਟਾਈਮਸ ਮੋਰ ਦੈਨ ਸਟੇਟਿਕ ਫ੍ਰਿਕਸ਼ਨ ਐਂਡ ਸਮਟਾਈਮਸ ਲੈਸ ਦੈਨ ਸਟੇਟਿਕ ਫ੍ਰਿਕਸ਼ਨ, ਕਈ ਵਾਰੀ ਸਥਿਤਿਕ ਰਗੜ ਤੋਂ ਜ਼ਿਆਦਾ ਅਤੇ ਕਈ ਵਾਰੀ ਸਥਿਤਿਕ ਰਗੜ ਤੋਂ ਘੱਟ। ਤਾਂ ਬੱਚੇ, ਇਹਦਾ ਸਹੀ ਜਵਾਬ ਦੇਖੋ ਕੀ ਆਏਗਾ ਕਿ ਰੋਲਿੰਗ ਫ੍ਰਿਕਸ਼ਨ ਇਜ਼। ਤਾਂ ਜਿਹੜੀ ਵੇਲਣੀ ਰਗੜ ਹੁੰਦੀ ਹੈ ਉਹ ਕੀ ਹੁੰਦੀ ਹੈ? ਉਹ ਹਮੇਸ਼ਾ ਹੀ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ। ਤਾਂ ਰੋਲਿੰਗ ਫ੍ਰਿਕਸ਼ਨ ਇਜ਼ ਆਲਵੇਜ਼ ਲੈਸ ਦੈਨ ਸਟੇਟਿਕ ਫ੍ਰਿਕਸ਼ਨ। ਇਹਦਾ ਸਹੀ ਜਵਾਬ ਹੈ ਆਪਸ਼ਨ ਸੀ। ਹਾਂਜੀ, ਅਗਲਾ ਕੁਐਸਚਨ ਦੇਖੋ। 4 children were asked to arrange rolling, static and sliding friction in decreasing order. Choose the correct arrangement. ਹਾਂਜੀ ਬੱਚੇ, 4 ਬੱਚਿਆਂ ਨੂੰ ਵੇਲਣੀ ਰਗੜ, ਸਥਿਤਿਕ ਰਗੜ ਅਤੇ ਸਰਕਨਸ਼ੀਲ ਰਗੜ ਦੇ ਕਾਰਨ ਬਲਾਂ ਨੂੰ ਘਟ ਦੇ ਰੂਪ ਵਿੱਚ ਵਿਵਸਥਿਤ ਕਰਨ ਲਈ ਕਿਹਾ ਗਿਆ। ਤਾਂ ਸਹੀ ਵਿਵਸਥਾ ਕੀ ਹੋਏਗੀ? ਹਾਂਜੀ, ਰੋਲਿੰਗ, ਸਟੇਟਿਕ, ਸਲਾਈਡਿੰਗ। ਜਾਂ ਰੋਲਿੰਗ, ਸਲਾਈਡਿੰਗ, ਸਟੇਟਿਕ। ਜਾਂ ਸਟੇਟਿਕ, ਸਲਾਈਡਿੰਗ, ਰੋਲਿੰਗ। ਜਾਂ ਸਲਾਈਡਿੰਗ, ਸਟੇਟਿਕ, ਰੋਲਿੰਗ। ਹਾਂਜੀ, ਪਹਿਲੀ ਆਪਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਿ ਵੇਲਣੀ ਰਗੜ, ਉਦੋਂ ਘੱਟ ਸਥਿਤਿਕ ਰਗੜ, ਉਦੋਂ ਘੱਟ ਸਰਕਨਸ਼ੀਲ ਰਗੜ। ਦੂਸਰੀ ਆਪਸ਼ਨ ਦੇ ਵਿੱਚ ਹੈ ਵੇਲਣੀ ਰਗੜ, ਸਰਕਨਸ਼ੀਲ ਰਗੜ ਤੇ ਸਥਿਤਿਕ ਰਗੜ। ਤੀਜੀ ਆਪਸ਼ਨ ਦੇ ਵਿੱਚ ਹੈ ਸਥਿਤਿਕ ਰਗੜ, ਸਰਕਨਸ਼ੀਲ ਰਗੜ ਤੇ ਵੇਲਣੀ ਰਗੜ। ਤੇ ਚੌਥੀ ਆਪਸ਼ਨ ਦੇ ਵਿੱਚ ਹੈ ਸਰਕਨਸ਼ੀਲ ਰਗੜ, ਸਥਿਤਿਕ ਰਗੜ ਤੇ ਵੇਲਣੀ ਰਗੜ। ਹਾਂਜੀ ਬੱਚੇ, ਹੁਣ ਇਹਨਾਂ ਨੂੰ ਆਪਾਂ ਨੇ ਘੱਟ ਦੇ ਰੂਪ ਵਿੱਚ ਵਿਵਸਥਿਤ ਕਰਨਾ। ਤਾਂ ਸਭ ਤੋਂ ਪਹਿਲਾਂ ਆਪਾਂ ਕਿਹੜੀ ਲਿਖਾਂਗੇ? ਉਹ ਵਾਲੀ ਰਗੜ ਦੇਖਾਂਗੇ ਜਿਹੜੀ ਸਭ ਤੋਂ ਵੱਧ ਹੈ। ਤਾਂ ਸਭ ਤੋਂ ਵੱਧ ਕਿਹੜੀ ਹੁੰਦੀ ਹੈਗੀ? ਸਟੇਟਿਕ। ਜਾਂ ਸਭ ਤੋਂ ਵੱਧ ਹੁੰਦੀ ਹੈ ਸਥਿਤਿਕ ਰਗੜ। ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ ਸਰਕਨਸ਼ੀਲ ਰਗੜ ਜਾਂ ਸਲਾਈਡਿੰਗ ਫ੍ਰਿਕਸ਼ਨ। ਤੇ ਸਰਕਨਸ਼ੀਲ ਰਗੜ ਤੋਂ ਵੀ ਘੱਟ ਹੁੰਦੀ ਹੈ ਵੇਲਣੀ ਰਗੜ ਜਾਂ ਰੋਲਿੰਗ ਫ੍ਰਿਕਸ਼ਨ। ਤਾਂ ਇਸ ਲਈ ਇਹਦਾ ਸਹੀ ਜਵਾਬ ਕੀ ਆਏਗਾ ਕਿ ਜਦੋਂ ਅਸੀਂ ਜਿਹੜੀ ਇਹ ਫ੍ਰਿਕਸ਼ਨ ਹੈ ਇਸ ਨੂੰ ਅਸੀਂ ਡਿਕਰੀਜ਼ਿੰਗ ਆਰਡਰ ਦੇ ਵਿੱਚ ਲਿਖਣਾ ਹੈ ਤਾਂ ਸਭ ਤੋਂ ਅੱਗੇ ਆਏਗੀ ਸਟੇਟਿਕ, ਫਿਰ ਸਲਾਈਡਿੰਗ, ਫਿਰ ਰੋਲਿੰਗ।
तो इसका सही जवाब है ऑप्शन सी। हाँ जी, अगला क्वेश्चन देखो। द मूविंग बॉल ऑन द फ्लोर स्टॉप्स आफ्टर सम टाइम बिकॉज। तो बच्चे लुढ़कदी हुई गेंद कुछ समय बाद रुक जाती है क्योंकि। हाँ जी, मैगनैटिक फोर्स एक्ट्स ऑन इट, उसके उत्ते चुंबकी बल क्रिया करता है। इलैक्ट्रोस्टैटिक फोर्स एक्ट्स ऑन इट, उसके उपर स्थिर बिजली बल क्रिया करता है। फ्रिक्शनल फोर्स एक्ट्स ऑन इट, उस उपर रगड़ बल क्रिया करता है। ਜਾਂ बोथ इलैक्ट्रोस्टैटिक फोर्स एंड फ्रिक्शनल फोर्स एक्ट ऑन इट, ਜਾਂ दोनों स्थिर बिजली बल ਅਤੇ रगड़ बल उस उपर क्रिया ਕਰਦੀਆਂ ਨੇ। ਹਾਂਜੀ ਬੱਚੇ, ਤਾਂ ਜਿਹੜੀ ਇਹ ਮੂਵਿੰਗ ਬਾਲ ਹੈ ਇਹ ਜਦੋਂ ਇਹ ਫਲੋਰ ਦੇ ਉੱਪਰ ਚੱਲਦੀ ਹੈ, ਜਦੋਂ ਕੋਈ ਲੁੜਕਦੀ ਹੋਈ ਗੇਂਦ ਫਰਸ਼ ਦੇ ਉੱਪਰ ਚੱਲਦੀ ਹੈ ਤਾਂ ਥੋੜ੍ਹੇ ਸਮੇਂ ਬਾਅਦ ਉਹ ਕਿਉਂ ਰੁਕ ਜਾਂਦੀ ਹੈ? ਕਿਉਂਕਿ ਰਗੜ ਬਲ ਕਾਰਨ, ਡਿਊ ਟੂ ਫ੍ਰਿਕਸ਼ਨਲ ਫੋਰਸ, ਬਿਕੋਜ਼ ਫ੍ਰਿਕਸ਼ਨਲ ਫੋਰਸ ਐਕਟਸ ਔਨ ਇਟ। ਤਾਂ ਉਹਦੇ 'ਤੇ ਫ੍ਰਿਕਸ਼ਨਲ ਫੋਰਸ ਜਾਂ ਰਗੜ ਬਲ ਲੱਗਦਾ ਹੈਗਾ, ਜਿਹਦੇ ਕਰਕੇ ਕੀ ਹੈਗੀ ਫਰਸ਼ 'ਤੇ ਲੁੜਕਦੀ ਹੋਈ ਗੇਂਦ ਹੈ ਜਿਹੜੀ ਉਹ ਥੋੜ੍ਹੇ ਸਮੇਂ ਦੇ ਬਾਅਦ ਕੀ ਹੈਗਾ ਰੁਕ ਜਾਂਦੀ ਹੈ। ਤਾਂ ਇਹਦਾ ਸਹੀ ਜਵਾਬ ਹੈ ਆਪਸ਼ਨ ਸੀ, ਫ੍ਰਿਕਸ਼ਨਲ ਫੋਰਸ ਐਕਟਸ ਔਨ ਇਟ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ। ਵਟ ਇਜ਼ ਦ ਐਂਗਲ ਆਫ ਰਿਫਲੈਕਸ਼ਨ ਇਫ ਦ ਐਂਗਲ ਆਫ ਇੰਸੀਡੈਂਸ ਇਜ਼ 45 ਡਿਗਰੀਜ਼। ਹਾਂਜੀ, ਜੇਕਰ ਬੱਚੇ ਆਪਤਨ ਕੋਣ 45 डिग्री है तो परावर्तन कोण कितना होएगा? हाँ जी बच्चे, सानू पता हैगा कि प्रकाश के परावर्तन के नियम अनुसार आपती कोण ते परावर्तित कोण हमेशा बराबर होंदे ने। तो इसलिए जे एंगल ऑफ रिफ्लैक्शन या आपती कोण 45 डिग्री है, जे एंगल ऑफ इंसीडेंस आपती कोण जे 45 डिग्री है तो परावर्तन कोण ਜਾਂ एंगल ऑफ रिफ्लैक्शन भी कितना होएगा बच्चे? तो इसका सही जवाब होगा 45 डिग्री, 45 डिग्रीज। हाँ जी, अगला क्वेश्चन देखो। वैन द एंगल बिटवीन टू प्लेन मिरर्स इज 60 डिग्रीज नंबर ऑफ इमेजेस फॉर्मड आर। ਜਦੋਂ ਦੋ ਸਮਤਲ ਦਰਪਣਾਂ ਵਿਚਕਾਰ ਕੋਣ 60 डिग्री ਦਾ ਹੋਵੇ ਤਾਂ ਬਣੇ ਪ੍ਰਤੀਬਿੰਬਾਂ ਦੀ ਗਿਣਤੀ ਕਿੰਨੀ ਹੋਵੇਗੀ? ਹਾਂਜੀ, ਤਾਂ ਕਿੰਨੇ ਪ੍ਰਤੀਬਿੰਬ ਬਣਨਗੇ ਬੱਚੇ? ਤੇ ਇਹਦਾ ਸਹੀ ਜਵਾਬ ਕੀ ਹੈਗਾ? 5 ਇਮੇजेस ਜਾਂ 5 ਪ੍ਰਤੀਬਿੰਬ ਬਣਨਗੇ। ਹਾਂਜੀ, ਅਗਲਾ ਕੁਐਸਚਨ ਦੇਖੋ। ਇਮੇਜ ਫਾਰਮਡ ਬਾय ਪਲੇਨ ਮਿਰਰ ਇਜ਼। ਤਾਂ ਸਮਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਹੁੰਦਾ ਹੈ ਰੀਅਲ ਜਾਂ ਵਾਸਤਵਿਕ, ਵਰਚੁਅਲ ਜਾਂ ਆਭਾਸੀ, ਵੈਰੀ ਸਮੌਲ ਬਹੁਤ ਛੋਟਾ, ਜਾਂ ਵੈਰੀ ਲਾਰਜ ਬਹੁਤ ਵੱਡਾ। ਤਾਂ ਬੱਚੇ ਜਿਹੜਾ ਇਹ ਪਲੇਨ ਮਿਰਰ ਹੁੰਦਾ ਹੈਗਾ ਜਾਂ ਜਿਹੜਾ ਸਮਤਲ ਦਰਪਣ ਹੈ ਉਸ ਦੇ ਵਿੱਚ ਜਿਹੜਾ ਪ੍ਰਤੀਬਿੰਬ ਬਣਦਾ ਹੈਗਾ ਉਹ ਕਿਹੜਾ ਹੁੰਦਾ ਹੈਗਾ? ਆਭਾਸੀ। ਇਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹਾਂ ਬੱਚੇ? ਵਰਚੁਅਲ ਇਮੇਜ। ਤਾਂ ਇਸ ਲਈ ਇਹਦਾ ਸਹੀ ਜਵਾਬ ਕੀ ਹੈਗਾ ਕਿ ਇਮੇਜ ਫਾਰਮਡ ਬਾय ਪਲੇਨ ਮਿਰਰ ਇਜ਼, ਇਹਦਾ ਸਹੀ ਜਵਾਬ ਆਏਗਾ ਵਰਚੁਅਲ ਇਮੇਜ। ਤਾਂ ਬੱਚੇ ਇਹ ਸੀ ਆਪਣਾ ਅੱਜ ਦਾ ਜੋ 8ਵੀਂ ਕਲਾਸ ਦਾ ਬੋਰਡ ਵੱਲੋਂ ਸਾਇੰਸ ਦਾ ਜੋ ਕੁਐਸਚਨ ਪੇਪਰ ਆਇਆ ਸੀ, ਅੱਜ ਆਪਾਂ ਨੇ ਇਹ ਸੋਲਵ ਕੀਤਾ ਹੈਗਾ। ਤਾਂ ਸਾਨੂੰ ਇਹ ਕੁਐਸਚਨ ਪੇਪਰ ਜਿਹੜਾ ਹੈਗਾ PDF ਦੇ ਰੂਪ ਦੇ ਵਿੱਚ ਇੰਗਲਿਸ਼ ਮੀਡੀਅਮ 'ਚ ਮਿਲਿਆ ਸੀ। ਤਾਂ ਬੱਚੇ ਅੱਜ ਆਪਾਂ ਨੇ ਇਸ ਪੇਪਰ ਨੂੰ ਇੰਗਲਿਸ਼ ਮੀਡੀਅਮ ਅਤੇ ਪੰਜਾਬੀ ਮੀਡੀਅਮ ਦੋਨਾਂ ਦੇ ਵਿੱਚ ਇਸ ਨੂੰ ਸੋਲਵ ਕੀਤਾ ਹੈਗਾ ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਆਪਣੇ ਸਹੀ ਜਵਾਬ ਨੇ ਜਿਹੜੇ ਉਹ ਪਤਾ ਲੱਗ ਗਏ ਹੋਣਗੇ। ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।